अस्सलाम वालेकुम दोस्तों, मैं ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ ਤੇ ਤੁਸੀਂ ਵੇਖਦੇ ਪਏ ਹੋ ਮੇਰਾ YouTube ਚੈਨਲ ਡਿਜੀਟਲ ਕਿਸਾਨ ਪਾਕਿਸਤਾਨ। ਇਹ ਵੀਡੀਓ ਜਨਾਬ ਸਪੈਸ਼ਲੀ ਕਿਸਾਨ ਆਟੋਜ਼ ਐਂਡ ਟਰੈਕਟਰ ਪਾਰਟਸ ਫੇਸਬੁੱਕ ਪੇਜ ਤੇ ਵੀ ਵੇਖੀ ਜਾ ਸਕਦੀ ਹੈ। ਤੇ ਦੋਸਤੋ ਅੱਜ ਆਪਾਂ ਮੌਜੂਦ ਹਾਂ ਜਨਾਬ ਜ਼ਿਲ੍ਹਾ ਉਕਾੜਾ ਤਹਿਸੀਲ ਦੀਪਾਲਪੁਰ ਤੇ ਸ਼ਹਿਰ ਹੈ ਸਾਡਾ ਵੇਲੀ ਲੱਖਾ। ਤੇ ਅੱਜ ਅਸੀਂ ਮੌਜੂਦ ਹਾਂ ਜਨਾਬ ਹਸਨਪੁਰ ਫਾਜ਼ਿਲਕਾ ਜ਼ਰਈ ਫਾਰਮ ਤੇ। ਇੱਥੇ ਲੇਬਰ ਜਨਾਬ ਕੰਮ ਕਰਦੀ ਪਈ ਹੈ। ਉਹਨਾਂ ਕੋਲ ਪੁੱਛਣੇ ਹੈ ਵੀ ਇੱਕ ਕਿੱਲੇ ਦੀ ਕਿੰਨੀ ਮਜ਼ਦੂਰੀ ਲੈਂਦੇ ਪਏ ਨੇ ਤੇ ਕਿੰਨੇ ਬੰਦੇ ਉਹਨਾਂ ਦੇ ਥੱਲੇ ਕੰਮ ਕਰਦੇ ਨੇ ਤੇ ਆਇਆ ਕਿ ਉਹਨਾਂ ਦਾ ਗੁਜ਼ਾਰਾ ਅੱਛਾ ਹੋ ਰਿਹਾ ਹੈ बुरा हो रहा है, मौजूदा सूरत हाल की है। दफ्तर में बह के गौरमेंट पॉलिसियाँ जरूर बनाती है लेकिन फील्ड का उन्होंने पता नहीं होंगे। तो अज आप फील्ड पर मौजूद हैं तो पक्कियां तो सच्चियां गल्लां सुनने हैं। आओ चलिए। तो यह जी साढ़े नाल मजदूर भाई ने गल करने जी। अस्सलाम वालेकुम भाई जान, की हाल चाल ने? ठीक ठाक जी। की नाम है अपना? अफजाल नाम। अफजाल भाई। अफजाल भाई यह काम कदों तो कर रहे जी? तकरीबन बचपन तो ही कर रहे हैं जी। बचपन तो ही कर रहे हो? हाँ जी। कमावन वाला कोई नहीं सी? कमावन वाला अबू हैगा सी, ਉਹ ਹੁਣ ज़ईफ ਹੋ ਗਏ ਬੁੱਢੇ ਹੋ ਗਏ, ਫਿਰ ਉਹ ਕਿਵੇਂ ਕੰਮ ਕਰ ਸਕਦੇ। अच्छा स्कूल वगैरह नहीं गए ने? 4-5 ਤੱਕ ਗਏ, ਉਸ ਤੋਂ ਬਾਅਦ ਨਹੀਂ ਗੁਜ਼ਾਰਾ ਹੋਇਆ, ਫਿਰ ਇਸ ਕੰਮ ਵਿੱਚ ਆਣਾ ਪਿਆ। हालात नहीं ठीक सही? ਹਾਲਾਤ ਨਹੀਂ ਠੀਕ ਸੀ। ਅੱਛਾ ਹੁਣ ਮੈਨੂੰ ਇਹ ਦੱਸੋ ਵੀ ਲੇਬਰ ਜਿਹੜੀ ਵੀ ਤੁਹਾਡੇ ਥੱਲੇ ਕੰਮ ਕਰ ਰਹੀ ਕਿੰਨੇ ਬੰਦਿਆਂ ਦਾ ਮੁਸ਼ਤਮਿਲ ਹੈ? 40-45 ਬੰਦਾ ਉਸੇ। 40-45 ਬੰਦਾ ਕੰਮ ਕਰਦਾ ਪਿਆ। ਹਾਂ ਜੀ। ਤੇ 1 ਕਿੱਲੇ ਦੇ ਕਿੰਨੇ ਪੈਸੇ ਲੈਂਦੇ ਹੋ? 1 ਕਿੱਲੇ ਦਾ 5000 ਰੁਪਏ। 5000 ਦੇ ਵਿੱਚ ਤੁਸੀਂ ਆਲੂ ਚੁਗ ਕੇ ਇਸ ਤਰੀਕੇ ਥੱਲੇ ਰੱਖ ਕੇ ਤੇ ਫਿਰ ਉਹਦੇ ਵਿੱਚ ਪਾਉਂਦੇ ਜੀ? ਹਾਂ ਜੀ। ਤੋੜੇ ਮੁਕੰਮਲ ਕਰਦੇ ਜੀ? ਅੱਛਾ ਤੇ ਇੱਕ ਦਿਨ ਵਿੱਚ ਕਿੰਨੇ ਕਿੱਲੇ ਕਵਰ ਕਰ ਲੈਂਦੇ ਜੀ? 3 ਕਿੱਲੇ। 3 ਕਿੱਲੇ ਹਾਂ ਜੀ। ਤੇ 15000 ਬਣ ਗਿਆ। ਹਾਂ ਜੀ। ਇਹ ਤਕਰੀਬਨ ਕੈਲਕੂਲੇਟਰ ਮਾਰੀਏ ਤੇ ਪੌਣੇ 400 ਬਣਦਾ ਹੈ। ਪੌਣੇ 400। ਤੇ ਤੁਸੀਂ ਇਕੱਲੇ ਹੁਣ ਕਮਾਉਣ ਵਾਲੇ ਹੈਗੇ ਜੀ? ਹਾਂ ਜੀ, ਮੈਂ ਇਕੱਲਾ ਕਮਾਉਣ ਵਾਲਾ। ਕਿੰਨੇ ਖਾਵਣ ਵਾਲੇ ਨੇ? ਮੇਰੇ ਤੋਂ ਇਲਾਵਾ 5 ਹੀ ਹੋਰ ਹੈਗੇ। 5 ਹੀ ਹੋਰ ਨੇ? ਹਾਂ ਜੀ। अच्छा तो गुजारा कैसा हो रहा है? गुजारा कैसा होना भी आ जी दिहाड़ी पैंदी 400-450 रुपया ते दुकान तो सौदा सुदा लवन जाइए तो आंदे भी पैसे होर लैते और फिर सौदा मिल सीधा 400 ना तक किलो घ्यो दा भी नहीं आंदा। अच्छा हाँ जी, इन्नी महंगाई है। मतलब जिम्मेदारां नु आके भी ए रेट रूट वधाओ, वो आंदे साडा आधा अगर रेट नहीं वधदा ते असि तुहाडा की रेट वधाइए। अच्छा वो कहंदे ने भी आलूआं दा रेट घट है, हाँ जी, खादा महंगियां हो गई ने। भी ऐसी इन्नी खाद लाई, इन्ना पानी लाया, इन्ना सारा कुछ किया तो सारा 1800 रुपये बोरी का रेट है। तो मोड़े इत्थे की कर सकते हैं, उन्होंने भी कोई गुनाह है। तो हुण तुसीं हुकूमत नूं की आखोगे, कुछ मशवरा दो? की असीं मशवरा दे सकने हैं? साडे ते बस थोड़ा जिहा रहम करन, होर असीं उन्हां नूं की आख सकने हैं? या असीं तो उन्हां तक पहुँच नहीं सकने जिहड़ा असीं उन्हां नूं उत्थे जाके आके भी साडे रेट वधाओ तो फिर महंगाई घट करो। पर ये असीं की कर सकते? ਤੁਹਾਡੀ ਜਿਹੜੀ ਆਵਾਜ਼ ਹੈ ਨਾ ਇਨਸ਼ਾਅੱਲਾ ਤਾਲਾ ਕਿਸਾਨ ਆਟੋਜ਼ ਦੇ ਪੇਜ ਤੇ ਡਿਜੀਟਲ ਕਿਸਾਨ YouTube ਦੇ ਜ਼ਰੀਏ ਉਹਨਾਂ ਤੱਕ ਜ਼ਰੂਰ ਪਹੁੰਚੇਗੀ, ਅਮਲ ਕਰਨ ਜਾਂ ਨਾ ਕਰਨ ਜੀ। ਇਹ ਉਹਨਾਂ ਤੇ ਮੁਨਸਰ ਹੈ। ਆਵਾਜ਼ ਤੁਹਾਡੀ ਸਾਡੇ ਪਲੇਟਫਾਰਮ ਤੋਂ ਜ਼ਰੂਰ ਜਾਵੇਗੀ। ਤੇ ਇਸ ਤੋਂ ਇਲਾਵਾ ਕੁਝ ਹੋਰ ਕਹਿਣਾ ਚਾਹੋਦਾ? ਹੋਰ ਕੀ ਕਹਿਣਾ, ਮਤਲਬ ਬਸ ਖੰਡ ਘਿਓ ਦਾ ਹੀ ਮਾਮਲਾ ਹੈ, ਖੰਡ ਘਿਓ ਦਾ ਮਾਮਲਾ, ਗੁਜ਼ਾਰਾ ਔਖਾ ਹੈ। ਚੀਨੀ ਜਿਹੜੀ ਹੈ ਉਹ ਜਿੱਥੇ ਹੈਗੀ ਸੀ 50-60 ਰੁਪਏ, ਉਹ ਉੱਥੇ 100 ਤੇ 30-40 ਰੁਪਏ ਮਿਲਦੀ ਪਈ ਹੈ ਪਿੰਡਾਂ ਵਿੱਚ। ਪਿੰਡਾਂ ਵਿੱਚ ਹਰ ਜਗ੍ਹਾ ਤੇ ਵੀ ਜਿਹੜੀ ਮਹਿੰਗਾਈ ਹੈ ਦੀ ਹੁਣ ਅਸੀਂ ਕਿਵੇਂ ਪੂਰੇ ਲੈ ਸਕਨੇ ਹਾਂ ਮਹਿੰਗਾਈ ਨਾਲ? ਵੀ ਜਿਹੜਾ ਗਰੀਬ ਬੰਦਾ ਹੈ ਉਹ ਤਾਂ ਹੇਠਾਂ ਹੀ ਹੋਇਆ ਜਾਂਦਾ ਹੈ ਮਹਿੰਗਾਈ ਦੇ ਤੌਰ ਤੇ। ਹੁਣ ਆਦਾ ਪੇਟ ਪਾਲਣਾ ਹੀ ਬੜਾ ਔਖਾ ਹੋ ਗਿਆ। ਫਿਰ ਹੁਣ ਅਸੀਂ ਰੋਡ ਤੇ ਮੰਗਣ ਨੂੰ ਤਾਂ ਥੋੜੇ ਰਹਿ ਗਿਆ ਵੀ ਜਿਹੜਾ ਹੁਣ ਅਸੀਂ ਜਾਈਏ ਉੱਥੇ ਮੰਗਣ ਲੱਗ ਪਈ, ਉਹ ਵੀ ਮੁੜ ਨਹੀਂ ਕੰਮ ਵਾਰਿਸ਼ ਆਉਂਦਾ। ਸਹੀ ਬਾਤ ਹੈ। ਤੇ ਜਿਹੜਾ ਬਿਜਲੀ ਦਾ ਬਿੱਲ ਹੈਗਾ ਉਹ ਜਨਾਬ ਤਕਰੀਬਨ ਹੁਣ ਅਸੀਂ ਇੱਕ ਬਲਬ ਬਾਲੀਏ ਜਾਂ ਹੁਣ ਇਸ ਟਾਈਮ ਤਾਂ ਬਲਬ ਹੀ ਹੁੰਦਾ ਜਾਂ ਪੰਪ ਹੁੰਦਾ ਵੱਧ ਤੋਂ ਵੱਧ ਤੇ 6-7 ਰੁਪਇਆ ਮਹੀਨੇ ਦਾ ਆਇਆ ਪਿਆ ਹੁੰਦਾ। ਅਸੀਂ 400 ਰੁਪਇਆ ਦਿਹਾੜੀ ਦਾ ਕਮਾਈਏ ਤੇ ਮਹੀਨੇ ਦਾ 6-7 ਰੁਪਇਆ ਮਸੇ ਬਿੱਲ ਦਾ ਇਕੱਠਾ ਹੁੰਦਾ ਤੇ ਅਸੀਂ ਆਦਾ ਖਾਵਣ ਪੀਵਣ ਕਿੱਥੋਂ ਕਰ ਸਕਨੇ ਆ? ਤੇ ਕਣਕ ਤੁਸੀਂ ਕਟਾਈ ਨਹੀਂ ਕਰਦੇ ਨੇ? ਕਣਕ ਆਟਾ ਮੁੱਲ ਲੈਂਦੇ ਜੇ? ਹਾਂਜੀ, ਆਟਾ ਮੁੱਲ ਲੈਂਦੇ। ਕਟਾਈ ਹੁਣ ਕਟਾਈ ਰਹਿ ਕਿੱਥੇ ਗਈ ਹੈਗੀ ਹੈ? ਮਸ਼ੀਨਾਂ ਫਿਰ ਜਾਂਦੀਆਂ ਨੇ? ਮਸ਼ੀਨਾਂ ਫਿਰ ਜਾਂਦੀਆਂ ਨੇ ਤੇ ਆਟਾ ਮੁੱਲ ਲੈਣਾ ਪੈਂਦਾ। ਆਟਾ 25-2600 ਰੁਪਏ ਆਟਾ ਮਿਲਦਾ ਹੈਗਾ ਤੇ 20 ਸਿਰ ਲਿਆਈਏ ਤਾਂ ਉਹਦੇ ਨਾਲ ਮਹੀਨਾ ਵੀ ਨਹੀਂ ਲੱਗਦਾ ਹੈਗਾ। ਤੇ ਫਿਰ ਕੀ ਇੱਥੇ ਕਰ ਸਕਨੇ? ਬਹੁਤ ਜ਼ਿਆਦਾ ਮਹਿੰਗਾਈ ਹੈਗੀ ਹੈ ਦੀ। ਹੁਕੂਮਤ ਟੀਵੀ ਚ ਆਉਂਦੀ ਅਸੀਂ ਸਬਸਿਡੀਆਂ ਦਿੰਦੀਆਂ ਪਏ ਨੇ, ਫਲਾਣੀ ਜਗ੍ਹਾ ਤੇ ਚਲੇ ਜਾਓ ਯੂਟਿਲਿਟੀ ਸਟੋਰਾਂ ਤੇ ਸਸਤਾ ਲੱਭੇਗਾ। ਕੋਈ ਚੀਜ਼ ਵੀ ਨਹੀਂ ਮਿਲਦੀ। ਇੱਥੋਂ ਜਿਹੜਾ 2500 ਮਿਲਦਾ ਉੱਥੋਂ 2495 ਰੁਪਏ ਮਿਲ ਜਾਂਦਾ, 5 ਰੁਪਏ ਰਹਿਤ ਹੋ ਜਾਂਦੇ। ਇਹ ਕਿਹਦੀਆਂ ਸਬਸਿਡੀਆਂ ਹੈਗੀਆਂ ਨੇ? ਸਹੀ ਹੋ ਗਿਆ, ਮਤਲਬ ਵੀ ਤੁਸੀਂ ਮੁਤਮਿਨ ਨਹੀਂ ਹੈਗੇ ਹੋ? ਨਹੀਂ ਮੁਤਮਿਨ ਕੇ ਤੋਂ ਹੈਗੇ ਆ ਜੀ। ਹੁਣ ਵੇਖੋ ਮੁਤਮਿਨ ਬੰਦਾ ਹੋਵੇ, ਬੰਦਾ ਥੋੜਾ ਬਹੁਤਾ ਕੰਮ ਹੁਣ ਅਸੀਂ ਕਰਦੇ ਫਿਰਨੇ। ਅਸੀਂ ਇੱਥੋਂ ਰਾਤ ਨੂੰ ਜਾਈਏ 11 ਵਜੇ 400 ਰੁਪਇਆ ਦਿਹਾੜੀ ਹੋਵੇ ਜੀ। ਰਾਤ ਨੂੰ 11 ਵਜੇ ਜਾਈਏ ਤੇ ਘੱਟ ਤੋਂ ਘੱਟ ਵੀ 1000-1200 ਰੁਪਇਆ ਦਿਹਾੜੀ ਹੋਵੇ, ਫਿਰ ਸਾਡਾ ਗੁਜ਼ਾਰਾ ਵੀ ਹੁੰਦਾ ਹੈ। ਸਹੀ ਹੋ ਗਿਆ, ਬਹੁਤ ਮੁਸ਼ਕਿਲ ਗੁਜ਼ਾਰਾ ਚੱਲਦਾ ਪਿਆ ਦੋਸਤੋ। ਤੇ ਇਹ ਹੀ ਹੈ ਜਨਾਬ ਹਕੀਕਤ।
ਦਫ਼ਤਰਾਂ ਵਿੱਚ ਬਹਿ ਕੇ ਜਿਹੜੇ ਪਾਲਿਸੀਆਂ ਬਣਾਉਂਦੇ ਨੇ ਉਹਨਾਂ ਨੂੰ ਚਾਹੀਦਾ ਇੱਕ ਇੱਕ ਦਿਨ ਇਤਿਆਦ ਕੰਮ ਕਰਨ ਤੇ ਫਿਰ ਉਹਨਾਂ ਨੂੰ ਕਹੀਏ ਵੀ ਆ 500 ਲੈ ਲਓ ਤੇ ਕੰਮ ਕਰੇ ਜਾ ਕੇ ਗੁਜ਼ਾਰਾ ਕਰਾਓ। ਤੇ ਸਾਡੇ ਨਾਲ ਹੋਰ ਵੀ ਕਿਸਾਨ ਭਾਈ ਮੌਜੂਦ ਨੇ, ਉਹਨਾਂ ਨਾਲ ਗੱਲ ਕਰਨੇ। ਮਜ਼ਦੂਰ ਭਾਈ अस्सलाम वालेकुम भाईजान, ਤੁਸੀਂ ਸੁਣਾਓ ਜੀ, ਤੁਸੀਂ ਵੀ ਇਸ ਮਹਿੰਗਾਈ ਨਾਲ ਮੁਤਾਸਰ ਹੈਗੇ ਜੇ ਕੋਈ ਨਾ? ਜੀ ਹੈਗੇ ਆ ਜੀ, ਬਿਲਕੁਲ ਮਹਿੰਗਾਈ ਤਾਂ ਬਹੁਤ ਵਧੀ ਜਾ ਰਹੀ ਹੈ। ਅੱਛਾ। ਨਾ ਰਿਹਾ ਵੇਂਦੇ ਪਏ ਜੀ, ਸਵੇਰ ਤੋਂ ਲੱਗ ਤੇ ਸ਼ਾਮ ਤੱਕ ਕੰਮ ਕਰਾਂਗੇ 200-300 ਰੁਪਏ ਦਿਹਾੜੀ ਬਣਨੀ ਹੁੰਦੀ, 4 ਰੁਪਏ ਮਜ਼ਦੂਰੀ ਹੈ ਤੁਹਾਡੇ ਦੀ। ਅੱਛਾ 4 ਰੁਪਏ ਤੋੜੇ ਦੀ, ਇਹ ਅਲੱਗਾ ਸਿਸਟਮ ਹੈ, ਹਾਂਜੀ, ਤੁਸੀਂ ਲੋਡ ਵੀ ਕਰਨਾ ਹੈ? ਹਾਂਜੀ, ਇਹ 12 ਰੁਪਏ ਚ ਲੋਡ ਹੋਣਾ ਸਾਡਾ ਥੋੜਾ। ਅੱਛਾ 12 ਰੁਪਏ ਚ ਲੋਡ ਕਰਦੇ ਨੇ, ਲੋਡ ਕਰ ਦਿਆਂਗੇ ਜੀ। ਸਹੀ ਹੋ ਗਏ। ਮਤਲਬ ਵੀ ਜਿਹੜੇ ਪਹਿਲੇ ਦੋਸਤ ਹੈਗੇ ਨੇ ਜਿਨ੍ਹਾਂ ਨਾਲ 40 ਰੁਪਏ, ਉਹਨਾਂ ਸਿਰਫ ਤੁਹਾਨੂੰ ਚੁਗਣੇ ਨੇ ਤੇ ਇਕੱਠੇ ਕਰਨੇ ਨੇ, ਭਰ ਦੇਣੇ ਨੇ ਸਾਨੂੰ, ਭਰ ਦੇਣੇ ਨੇ। ਅਸੀਂ ਭਰ ਕੇ ਇਹਨਾਂ ਨੂੰ ਗੱਡੀ ਤੇ ਲੋਡ ਵੀ ਕਰਨਾ ਹੈ। ਅੱਛਾ Double ਤੁਸੀਂ loading ਵੀ ਕਰਨੀ ਮਤਲਬ ਵੀ ਤੁਸੀਂ ਇਹਨੂੰ ਕਵਰ ਕਰ ਦੇਣਾ, ਫੁੱਲ ਭਰਨਾ ਹੈ, ਸੀਮਣਾ ਹੈ ਹੈ। ਹਾਂਜੀ, ਤੇ ਗੱਡੀ ਤੇ ਲੋਡ ਕਰਨਾ ਹੈ। ਤੇ ਇੱਕ ਤੋੜੇ ਦੇ ਕਿੰਨੇ ਕਮਾਉਂਦੇ ਜੇ? ਇੱਕ ਤੋੜੇ ਦੇ 4 ਰੁਪਏ 12 ਰੁਪਏ ਬੰਦੇ ਨੂੰ ਤੋੜ ਲੋਡ ਕਰਨ ਦੇ ਜੀ। ਅੱਛਾ ਤੇ ਤੁਸੀਂ ਕਿੰਨੇ ਬੰਦੇ ਜੇ? ਅਸੀਂ ਜੀ ਹੈਗੇ ਆ 18 ਬੰਦੇ ਅੱਛਾ ਤੁਸੀਂ 18 ਬੰਦੇ ਜੇ ਜੀ। ਤੇ 3 ਕਿੱਲਿਆਂ ਦੇ ਜਿੰਨੇ ਕਿੰਨੇ ਤੋੜੇ ਨਿਕਲ ਜਾਂਦੇ 3 ਕਿੱਲਿਆਂ ਚ? 3 ਕਿੱਲਿਆਂ ਚ ਤੋੜੇ ਹਿਸਾਬ ਲਾਓ 125 ਤੋੜਾ ਨਿਕਲਦਾ। ਕਿੱਲੇ ਚੋਂ ਹਾਂਜੀ, ਮਤਲਬ ਵੀ 370 ਕੋਈ ਤੋੜਾ ਨਿਕਲੇਗਾ। 400 ਟੋਟਲ 400 400 ਪਾ ਘਰ। ਕੇ। ਇਹ ਤਾਂ ਤਕਰੀਬਨ 4800 ਰੁਪਈਆ ਨਾ ਬਣ ਜਾਸੀ। ਜੀ ਬਸ ਇਹ ਕੁਝ ਹੀ ਬਣ ਰਿਹਾ ਹੈਗਾ। ਹਾਲਾਤ ਖਰਾਬ ਨੇ ਤਾਂ ਇਸ ਗੱਲ ਤਾਂ ਅਸੀਂ ਹੋਰ ਕੋਈ ਮਜ਼ਦੂਰੀ ਵੀ ਨਹੀਂ ਹੈਗੀ। ਹਰ ਚੀਜ਼ ਮਹਿੰਗੀ ਹੈ, ਘਿਓ ਆਟਾ ਚੀਨੀ ਹਰ ਚੀਜ਼ ਮਹਿੰਗੀ ਹੈਗੀ। ਬੱਤੀ ਦਾ ਬਿੱਲ ਹੋ ਅਲੱਗ ਹੈ। ਅੱਛਾ ਆਪਣਾ ਇਲਾਕਾ ਕਿਹੜਾ ਹੈ? ਵਸਾਵੇ ਵਾਲਾ ਹੈ। ਅੱਛਾ ਵਸਾਵੇ ਵਾਲਾ ਹੈ। ਅੱਛਾ ਤਿੰਨ ਇਹ ਬਣ ਗਿਆ ਜਨਾਬ 4800 ਰੁਪਈਆ 18 ਬੰਦਿਆਂ ਦਾ, ਇਹ 266 ਰੁਪਈਆ ਮਜ਼ਦੂਰੀ ਪੈਸੀ ਦੀ ਹਾਂਜੀ, ਦਿਹਾੜੀ ਤੁਹਾਨੂੰ। ਹਾਂਜੀ। ਤੇ ਇਹ ਅਗਰ ਰਾਤ ਵੀ ਪੈ ਸਕਦੀ ਤੁਹਾਡੇ ਗਲ 'ਚ ਜਿੰਨੀ ਦੇਰ ਤੁਸੀਂ ਇਹ ਲੋਡ ਨਾ ਕੰਮ ਕਰੋ। ਜਿੰਨਾ ਤੱਕ ਲੋਡ ਨਾ ਹੋਵੇ ਹੋ ਸਕਦਾ ਸਵੇਰ ਹੀ ਹੋ ਜਾਵੇ ਸਾਡੀ। ਅੱਛਾ ਇਹ ਸਾਡਾ ਜ਼ਿੰਮੇਵਾਰੀ ਹੈ ਵੀ ਇਹਨੂੰ ਭਰ ਕੇ ਲੋਡ ਕਰਕੇ ਤੇ ਕੰਟੇਨਰ ਤੇ ਲੱਦ ਕੇ ਤੇ ਫਿਰ ਜਾਣਾ ਹੈ ਘਰ। ਫਿਰ ਜਾਣਾ ਹੈ। ਹਾਂਜੀ, ਤੇ ਇਹ ਮਤਲਬ ਵੀ ਯਾਰ 266 ਤੇ ਬਹੁਤ ਥੋੜੀ ਮਜ਼ਦੂਰੀ ਹੈ ਤੇ ਤਕਰੀਬਨ ਕਮ ਸੇ ਕਮ 700 ਰੁਪਈਆ ਤਾਂ ਲਾਜ਼ਮੀ ਹੋਣੀ ਚਾਹੀਦੀ ਹੈ। ਹਾਂਜੀ। 700-800 ਦਾ ਬੰਦਾ ਕੀ ਹੈ ਜੀ, ਕਿਲੋ ਘਿਓ ਲੈ ਲਓ ਤੇ ਪੈਸੇ ਪੂਰੇ ਹੋ ਜਾਂਦੇ ਨੇ। 700-800 ਕਿਲੋ ਚੀਨੀ ਕਿਲੋ ਘਿਓ ਤੇ ਨਾਲ ਜਿਹੜਾ ਲੈ ਲਈਏ ਸਾਬਣ ਸੋਡਾ ਤੇ ਬਸ ਵਿਹਲੇ। ਅੱਛਾ ਤੁਸੀਂ ਕਿੰਨੇ ਜੀ ਕਮਾਉਂਦੇ ਜੇ ਤੇ ਖਾਂਦੇ ਕਿੰਨੇ ਇੱਕ ਨੇ? ਜਣਾ ਕਮਾਉਣ ਵਾਲਾ ਜੀ 3 ਖਾਣ ਵਾਲੇ 4 ਟੋਟਲ। ਟੋਟਲ ਜੇ ਬੱਚੇ ਸਕੂਲ ਜਾਂਦੇ ਨੇ? ਨਹੀਂ ਜੀ, ਛੋਟੇ ਨੇ ਬੱਚੇ। ਅੱਛਾ ਹਾਲੀ ਬੱਚੇ ਛੋਟੇ ਨੇ, ਹਾਂਜੀ। ਮਤਲਬ ਜਦੋਂ ਸਕੂਲ ਜਾਵਣਗੇ ਤੇ ਫਿਰ ਅਖਰਾਜਾਤ ਮਜ਼ੀਦ ਵਧਣਗੇ। ਵੱਧ ਜਾਣਗੇ ਜੀ। ਬੱਚਿਆਂ ਦਾ ਦੁੱਧ ਹੁਣ 100 ਰੁਪਏ ਕਿਲੋ ਦੁੱਧ ਮਿਲ ਰਿਹਾ ਤੁਹਾਨੂੰ। ਅਸਲ ਮਿਲਦਾ ਪਿਆ ਕਿ ਜੈਲੀ? ਨਹੀਂ ਜੀ 2 ਨੰਬਰ ਹੈਗਾ। ਅਸਲ ਕੌਣ 100 ਰੁਪਏ ਦਿੰਦਾ? 100 ਦਿਓ ਆਂਦੇ ਨੇ ਅਸਲ ਦੇਵਾਂਗੇ, ਅਸਲ ਹੁੰਦਾ ਨਹੀਂ, ਪਾਣੀ ਹੁੰਦਾ। ਅੱਛਾ ਪਾਣੀ ਹੁੰਦਾ। ਪਾਣੀ ਹੁੰਦਾ, ਅੱਧਾ ਪਾਣੀ ਹੁੰਦਾ, ਅੱਧਾ ਹੁੰਦਾ ਉਹਨਾਂ ਦੇ ਕੀ ਅੱਧਾ ਕਿਲੋ ਲਿਆਵੇ ਤਾਂ 50 ਰੁਪਏ ਦਾ ਪਾਈ ਦੀ ਚਾਹ ਬਣਾ ਲਈ ਤੇ ਪਾਈਆ ਬੱਚਿਆਂ ਨੂੰ ਪਵਾ ਦਿੱਤੀ। ਅੱਛਾ ਸਹੀ ਹੋ ਗਿਆ ਜੀ। ਅਸਲਾਮ ਵਾਲੇਕੁਮ, ਕੀ ਹਾਲ ਚਾਲ ਨੇ? ਤੁਸੀਂ ਸੁਣਾਓ ਠੀਕ ਹੋ? ਤੇ ਤੁਸੀਂ ਮਜ਼ਦੂਰੀ ਕਰਦੇ ਜੀ ਕਿੰਨੇ ਕੁ ਅਰਸੇ ਦੀ? ਮੈਂ ਤਾਂ ਬਸ ਥੋੜੀ ਦੇਰ ਹੋਈ ਹੈ। ਤੇ ਤੁਹਾਡਾ ਇਹ ਜਿੰਨੇ ਕੋਈ ਪੈਸੇ ਦੱਸਦੇ ਪਏ ਨੇ ਵੀ 4 ਰੁਪਏ 12 ਰੁਪਏ ਤੋੜੇ ਦੇ ਲੋਡਿੰਗ ਕਰਕੇ, ਤੇ ਇਹ 3 ਕਿੱਲਿਆਂ ਦਾ ਬਣਦਾ ਤਕਰੀਬਨ 4800 266 ਰੁਪਏ ਦਿਹਾੜੀ ਪੈਂਦੀ ਪਈ, ਇਹ ਫਿਰ ਕਿਵੇਂ ਗੁਜ਼ਾਰਾ ਕਰਦੇ ਪਏ ਜੇ? ਬਸ ਗੁਜ਼ਾਰਾ ਕੀ, ਬਸ ਗਰੀਬੀ ਹੈ। ਗੁਜ਼ਾਰਾ ਕੀ, ਸਿਰ ਦਿੱਤੀ ਖੜੇ ਜੇ? ਸਿਰ ਦਿੱਤੀ ਸਿਰ ਹਾਂਜੀ ਸਿਰ ਦਿੱਤੀ ਖੜਾ, ਮਜ਼ਦੂਰੀ ਕੋਈ ਨਹੀਂ ਦੀ। ਐਵੇਂ ਜਿਵੇਂ ਬੰਦਾ ਆਉਂਦਾ ਨਾ ਭੁੱਖ ਇੱਕ ਭੁੱਖੋਂ ਮਰਦਾ ਨਹੀਂ ਬੰਦਾ, ਹੋਰ ਕਸਮ ਕੋਲੇ ਛੱਡੀ ਖੜੇ। ਇਹ ਹੁਕੂਮਤ ਸਾਡੇ ਸਹੀ ਜੋੜਾਂ 'ਚ ਬੈਠੀ ਖੜੀ ਹੈ। ਜੋੜਾਂ 'ਚ ਬਹਿ ਗਈ ਹੈ। ਸਹੀ ਹੋ ਗਿਆ। ਹੁਣ ਤੁਸੀਂ ਮਜ਼ਦੂਰੀ ਆਪ ਸਾਹਮਣੇ ਤੁਹਾਡੇ ਹੈਗੀ ਮਜ਼ਦੂਰੀ। ਨਹੀਂ ਮੈਂ ਤਾਂ ਖੁਦ ਪਰੇਸ਼ਾਨ ਹੋ ਗਿਆ। ਤੁਹਾਡੇ ਸਾਹਮਣੇ ਵੇਖੋ ਸਾਰੇ ਪਾਸੇ ਕੈਮਰਾ ਲਾ ਤੇ ਵੇਖੋ ਸਾਰੇ ਗਰੀਬ ਫਿਰਦੇ ਨੇ ਸਰਦੀ ਵਿੱਚ, ਤੇ ਕੀ ਬਚਣਾ ਹੈਗਾ? ਕਿਸੇ ਦਿਨ ਸਰਦੀ ਹੋ ਜਾਏ ਤਾਂ 500 ਤੋਂ ਘੱਟ ਡਾਕਟਰ ਟੀਕਾ ਨਹੀਂ ਲਾਉਂਦਾ। ਹਾਂਜੀ ਕੀ ਕਹੇ? 500 ਤੋਂ ਘੱਟ ਟੀਕਾ ਨਹੀਂ ਲੱਗਦਾ। ਅਗਰ ਕਿਸੇ ਨੂੰ ਸਰਦੀ ਹੋ ਜਾਵੇ ਤਾਂ? ਸਰਦੀ ਹੋ ਜਾਵੇ ਤਾਂ ਬਿਮਾਰ ਹੋ ਜਾਏ ਤਾਂ ਮਰਨਾ, ਗਰੀਬ ਮਰਨਾ ਹੈ। ਤਾਂ ਹੋਰ ਤੇ ਸਰਕਾਰੀ ਹਸਪਤਾਲ 'ਚ ਇਲਾਜ ਲੂਜ ਕਰਦੇ ਨੇ, ਬਸ ਬੰਦਾ ਚੰਗਾ ਹੋ ਜਾਂਦਾ ਹੈ। ਬੰਦਾ ਚੰਗਾ ਹੋ ਜਾ ਸਕਦਾ। ਅਸੀਂ ਸਰਕਾਰੀ ਚੱਪੜ ਕਿੱਥੇ ਸਕਨੇ? ਜਿਹੜਾ ਸਾਡਾ ਹਾਲਾਤ ਹੈ, ਇਤੋਂ ਰਾਤੀ 1 ਵਜੇ ਸਰਕਾਰੀ ਕੌਣ ਸਾਨੂੰ ਚਾਤ ਲੈ ਰਿਹਾ ਸੀ? ਇਹ ਗੱਲ ਐਮਰਜੈਂਸੀ 'ਚ ਤਾਂ ਇੱਥੇ ਹੀ ਰੇੜੀ ਨਾ। ਅੱਲਾ ਖੈਰ ਕਰਸੀ ਦਾ। ਤੇ ਦੋਸਤੋ ਇਹ ਹੈਗੀਆਂ ਜੇ ਤਲਖ ਤੇ ਸੱਚੀਆਂ ਗੱਲਾਂ ਜਿਹੜੀਆਂ ਤੁਹਾਨੂੰ ਇਹ ਮਜ਼ਦੂਰ ਤਬਕੇ ਨੇ ਦੱਸਿਆ ਨੇ, ਸਾਡੇ ਭਰਾਵਾਂ ਨੇ। ਹਕੀਕਤ ਹੈ ਜੀ। ਹਸਪਤਾਲ 'ਚ ਜਾਂਦਿਆਂ ਨੂੰ ਭਾਵੇਂ ਅਸੀਂ ਪੂਰੇ ਹੋ ਜਾਏ, ਇੱਥੇ ਨੇੜੇ ਹੀ ਦੇਖਣਾ ਜਿੰਨੇ ਵੀ ਦੇਖਣਾ ਸਾਨੂੰ। ਉਹਨਾਂ ਆਉਣਾ ਵੀ ਇੱਥੇ ਡਾਕਟਰ ਹੈਗਾ, ਟੀਕਾ ਟੁਕਾ ਲਵਾ ਲਓ। ਟੀਕਾ ਗੋਲੀ ਲਾਇਆ ਤੇ ਆਰਾਮ ਆਉਣਾ। ਔਰ ਰੁਪਈਆ 500 ਨੇ ਵੀ ਲੈ ਲੈਣਾ, 2 ਗੋਲੀਆਂ ਨੇ ਇੱਕ ਟੀਕਾ ਲਾ ਲੈਣਾ। ਤੇ ਉਹਨੇ ਅਸੀਂ ਕਮਾਣੇ ਨੇ ਜਿੰਨੇ ਆਦੇ ਉੱਤੇ ਲਾ ਲਵੇ। ਦੋਸਤੋ ਕੋਸ਼ਿਸ਼ ਕਰੋ ਇਹ ਆਪਣੀ ਜਿਹੜੀ ਵੀਡੀਓ ਹੈ ਨਾ ਮਜ਼ਦੂਰਾਂ ਦੀ ਆਵਾਜ਼, ਇਸ ਨੂੰ ਅੱਗੇ ਲਾਜ਼ਮੀ ਸ਼ੇਅਰ ਕਰਿਆ ਤਾਂ ਕਿ ਇਹ ਆਵਾਜ਼ ਇਮਾਨਾਂ ਤੱਕ ਪਹੁੰਚੇ, ਹਕੂਮਤੀ ਇਮਾਨਾਂ ਤੱਕ, ਜਿਹੜੇ ਉੱਥੇ ਬਹਿ ਕੇ ਪਾਲਿਸੀਆਂ ਬਣਾਉਂਦੇ ਨੇ ਤੇ ਉਹ ਮਹਿੰਗਾਈਆਂ ਕਰਦੇ ਨੇ। ਕਦੇ ਮਿਨੀ ਬਜਟ ਆ ਜਾਂਦਾ ਤੇ ਕਦੇ ਫੁੱਲ ਬਜਟ ਆ ਜਾਂਦਾ ਹੈ। ਤੇ ਹੁਣ ਮੈਂ ਤੁਹਾਡੇ ਸਾਰੇ ਦੋਸਤਾਂ ਤੋਂ ਲੈਣਾ ਇਜਾਜ਼ਤ। ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।